बिस्मिल्लाहिर्रहमानिर्रहीम अस्सलाम वालेकुम नाज़रीन PTV प्रोग्राम हरियाली ਦੇ ਨਾਲ ਡਾਕਟਰ ਮਹਿਮੂਦ ਕੁਰੈਸ਼ੀ ਤੁਹਾਡੀ ਖidmat 'ਚ ਹਾਜ਼ਰ ਹੈ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪ੍ਰੋਟੀਨ ਹਰ ਇਨਸਾਨ ਦੀ ਜ਼ਰੂਰਤ ਹੈ। ਅਸੀਂ ਦੋ ਜ਼ਰਾਏ ਤੋਂ ਪ੍ਰੋਟੀਨ ਜਿਹੜੀ ਹਾਸਲ ਕਰਨੇ ਆ, ਇੱਕ ਦਾਲਾਂ ਤੇ ਇੱਕ ਗੋਸ਼ਤ। ਤੇ ਜਿਸ ਵੇਲੇ ਗੋਸ਼ਤ ਦਾ ਨਾਂ ਲੈਂਦੇ ਆ ਤੇ ਫਿਰ ਉਹਦੇ 'ਚ ਆ ਜਾਂਦਾ ਮੁਰਗੀ ਦਾ ਗੋਸ਼ਤ। ਇਸ ਵੇਲੇ ਇਹ ਸਭ ਤੋਂ ਇੱਕ ਸਸਤੀ ਪ੍ਰੋਟੀਨ ਦਾ ਜ਼ਰੀਆ ਹੈ। ਇਹ ਪੋਲਟਰੀ ਜਿਹੜੀ ਹੈ ਜਾਂ ਮੁਰਗਬਾਨੀ ਦੀ ਜਿਹੜੀ ਸਨਅਤ ਹੈ ਇਹ ਕਦੋਂ ਸ਼ੁਰੂ ਹੋਈ, ਇਹਦਾ ਆਗਾਜ਼ ਕਦੋਂ ਕੀਤਾ ਗਿਆ, ਇਸ ਤੋਂ ਇਲਾਵਾ ਉਹ ਕਿਹੜੇ ਲੋਕ ਸਨ ਜਿਨ੍ਹਾਂ ਨੇ ਇਹਦੇ ਵਿੱਚ ਆਪਣਾ ਰੋਲ ਪਲੇ ਕੀਤਾ। ਅਤੇ ਅੱਜ ਅਸੀਂ ਪੋਲਟਰੀ ਰਿਸਰਚ ਇੰਸਟੀਚਿਊਟ ਰਾਵਲਪਿੰਡੀ ਦੇ ਵਿੱਚ ਆਏ ਹਾਂ। ਇਹ ਅਦਾਰਾ ਕਦੋਂ ਕਾਇਮ ਹੋਇਆ, ਇਹਦੇ ਮਕਸਦ ਕੀ ਸਨ ਔਰ ਕਿਆ ਇਹ ਉਹਦੇ 'ਚ ਕਾਮਯਾਬ ਹੋਏ ਨੇ, ਇਹ ਸਾਰੀ ਗੱਲਾਂ ਜਾਣਨ ਵਾਸਤੇ ਅਸੀਂ ਅੱਜ ਡਾਇਰੈਕਟਰ ਸਾਹਿਬ ਕੋਲ ਆਏ ਹਾਂ। ਇਹ ਡਾਕਟਰ ਕਮਾਲ ਨਾਸਰ ਸਾਹਿਬ ਜੀ। अस्सलाम वालेकुम जी। जी डॉक्टर साहब ਇਹ ਫਰਮਾਓ ਕਿ ਇਹ ਅਦਾਰਾ ਕਦੋਂ ਕਾਇਮ ਹੋਇਆ ਔਰ ਇਸ ਅਦਾਰੇ ਨੂੰ ਕਾਇਮ ਕਰਨ ਦੇ ਵਿੱਚ ਕਿਹੜੀ ਕਿਹੜੀ ਸ਼ਖਸੀਅਤ ਨੇ ਆਪਣਾ ਹਿੱਸਾ ਪਾਇਆ। ਇਹ ਅਦਾਰਾ ਜੀ 1978 ਜਨਾਬ ਡਾਕਟਰ ਸਲੀਮ ਕੁਰੈਸ਼ੀ ਸਾਹਿਬ ਬਣਾਇਆ। ਉਸ ਵਕਤ ਸਾਡੇ ਕੋਲ ਕੋਈ ਕਮਰਸ਼ੀਅਲ ਪੋਲਟਰੀ ਫਾਰਮਿੰਗ ਨਹੀਂ ਸੀ। ਸਾਡੇ ਕੋਲ ਦੇਸੀ ਮੁਰਗ ਪਾਲਣਾ ਔਰ ਉਹਨਾਂ ਨੂੰ ਖਾਣਾ ਹੀ ਹੈ ਸੀ। ਇਸ ਇਦਾਰੇ ਨੇ ਫਾਰਮਰਜ਼ ਨੂੰ ਸਭ ਤੋਂ ਪਹਿਲੇ ਦੱਸਿਆ ਕਿ ਬਰਾਇਲਰ ਚੂਜ਼ਾ ਕਿਸ ਤਰ੍ਹਾਂ ਪਾਲਣਾ ਹੈ ਔਰ ਖੁਦ ਪਹਿਲੇ ਜਿਹੜਾ ਕਦਮ ਸੀ ਉਸ ਇਦਾਰੇ ਨੇ ਲਿਆ। ਉਸ ਦੇ ਬਾਅਦ ਇਦਾਰੇ ਨੇ ਇਤਨੀ ਮਿਹਨਤ ਕੀਤੀ ਕਿ ਅੱਜ ਸਾਰੇ ਦੋਸਤ ਦੇਖ ਲੈਣ ਕਿ ਕੋਈ ਐਸੀ ਜਗ੍ਹਾ ਨਹੀਂ ਜਿਹੜੀ ਜਗ੍ਹਾ 'ਤੇ ਸਾਡੀ ਫਾਰਮਿੰਗ ਨਹੀਂ ਹੈਗੀ। ਇਸ ਇਦਾਰੇ ਦੀ ਮਿਹਨਤਾਂ ਔਰ ਕਾਵਿਸ਼ਾਂ ਸਨ ਜਿਸ ਨੇ ਸਾਰੇ ਬੰਦਿਆਂ ਨੂੰ ਪੋਲਟਰੀ ਫਾਰਮਿੰਗ 'ਤੇ ਲਗਾਇਆ। ਉਹਦੇ 'ਚ ਬਰਾਇਲਰ, ਲੇਅਰ, ਬਰੀਡਰ ਔਰ ਗ੍ਰੈਂਡ ਪੇਰੈਂਟ ਸ਼ਾਮਲ ਹੈਗੇ। ਇਸ ਇਦਾਰੇ ਦੇ ਜਿਹੜੇ ਮਕਾਸਦ ਸਨ ਉਹ ਇਹ ਹੀ ਸਨ ਕਿ ਜ਼ਿੰਮੇਦਾਰਾਂ ਨੂੰ ਇਸ ਤਰ੍ਹਾਂ ਰਾਗਬ ਕੀਤਾ ਜਾਏ। ਜਦ ਜ਼ਿੰਮੇਦਾਰ ਰਾਗਬ ਹੋ ਗਏ ਤਾਂ ਅਲਹਮਦੁਲਿਲਾ ਹੁਣ ਇਸ ਵੇਲੇ ਸਾਡਾ ਮੁਲਕ ਜਿਹੜਾ ਮੁਰਗਬਾਨੀ ਦੇ ਸ਼ੋਬੇ 'ਚ ਖੁਦ ਕਫੀਲ ਹੈ। ਅਸੀਂ ਬਾਹਰੋਂ ਗੋਸ਼ਤ ਨਹੀਂ ਮੰਗਵਾਉਂਦੇ, ਬਲਕਿ ਕੁਰੈਸ਼ੀ ਸਾਹਿਬ ਤੁਹਾਡੀ ਇਤਲਾਹ ਵਾਸਤੇ ਅਰਜ਼ ਹੈ ਕਿ ਅਸੀਂ ਇੱਥੋਂ ਬਾਹਰ ਗੋਸ਼ਤ ਭੇਜਦੇ ਵੀ ਹੈਗੇ ਹਾਂ ਜਿਹੜੀ ਕਿ ਸਸਤੀ ਤਰੀਨ ਪ੍ਰੋਟੀਨ ਹੈਗੀ ਹੈ। ਅੱਛਾ ਡਾਕਟਰ ਸਾਹਿਬ, ਅਸੀਂ ਜਿਸ ਵੇਲੇ ਸੁਣਨੇ ਆ ਕਿ ਇਹ ਇੱਕ ਰਿਸਰਚ ਦਾ ਅਦਾਰਾ ਹੈ ਅਤੇ ਅੱਜ ਤੱਕ ਕੀ ਰਿਸਰਚ ਹੋਈ ਹੈ? ਕਿਆ ਕੋਈ ਮੁਰਗੀਆਂ ਦੇ ਜਿਹੜੇ ਅੰਡੇ ਨੇ ਜਿਹਨੂੰ ਅਸੀਂ ਲੇਅਰ ਕਹਿੰਦੇ ਹਾਂ, ਕਿਆ ਉਹਨਾਂ ਦੀ ਕੋਈ ਪ੍ਰੋਡਕਸ਼ਨ 'ਚ ਕੋਈ ਫਰਕ ਪਿਆ ਹੈ, ਜਾਂ ਜਿਹੜੀ ਬਰਾਇਲਰ ਮੁਰਗੀਆਂ ਨੇ ਜਿਹਨੂੰ ਅਸੀਂ ਗੋਸ਼ਤ ਵਾਲੀ ਮੁਰਗੀਆਂ ਕਹਿੰਦੇ ਹਾਂ ਉਹਦੇ ਕੋਈ ਵਜ਼ਨ ਦੇ ਵਿੱਚ ਕੋਈ ਫਰਕ ਪਿਆ ਹੈ? ਰਿਸਰਚ ਕਿਸ ਕਿਸਮ ਦੀ ਹੋ ਰਹੀ ਹੈ? ਜਦ ਇਹ ਇਦਾਰਾ ਕਾਇਮ ਕੀਤਾ ਗਿਆ ਉਸ ਵਕਤ ਇਹ ਸੀ ਕਿ ਪੋਲਟਰੀ ਨੂੰ ਕਿਸ ਤਰ੍ਹਾਂ ਤਰੱਕੀ ਦਿੱਤੀ ਜਾਏ। ਉਹਦੇ ਵਾਸਤੇ ਇਸ ਇਦਾਰੇ ਦੇ ਅੰਦਰ 5 ਛੋਟੇ ਛੋਟੇ ਸ਼ੋਬੇ ਕਾਇਮ ਕੀਤੇ ਗਏ। ਜਿਹਦੇ ਸਭ ਤੋਂ ਪਹਿਲਾ ਸ਼ੋਬਾ ਇਹ ਸੀ ਕਿ ਅਸੀਂ ਹੈਚਰੀ ਲਗਾਈ ਕਿ ਅੰਡੇ ਜਿਹੜੇ ਹੈ ਉਹਨਾਂ 'ਚੋਂ ਬੱਚੇ ਕਿਸ ਤਰ੍ਹਾਂ ਨਿਕਲ ਆਉਣੇ ਔਰ ਉਹ ਬੱਚੇ ਅੱਗੇ ਜਿਹੜੇ ਨੇ ਜ਼ਿੰਮੇਦਾਰਾਂ ਨੂੰ ਕਿਸ ਤਰ੍ਹਾਂ ਤਕਸੀਮ ਕੀਤੇ ਜਾਂਦੇ ਨੇ। ਉਸ ਦੇ ਬਾਅਦ ਸਾਡਾ ਇੱਕ ਅਹਿਮ ਜਿਹੜਾ ਫੰਕਸ਼ਨ ਸੀ ਉਹ ਤਾਲੀਮੋ ਤੋਸੀ ਸੀ। ਅਸੀਂ ਲੋਕਾਂ ਨੂੰ ਟ੍ਰੇਨਿੰਗ ਦਿੰਦੇ ਸਾਂ ਜਿਹਦੇ 'ਚ 1 ਹਫ਼ਤੇ ਦੀ ਟ੍ਰੇਨਿੰਗ, 2 ਹਫ਼ਤੇ ਦੀ ਟ੍ਰੇਨਿੰਗ, 1 ਮਾਹ ਦੀ ਟ੍ਰੇਨਿੰਗ ਔਰ 6 ਮਾਹ ਦੀ ਟ੍ਰੇਨਿੰਗ ਅਸੀਂ ਦਿੰਦੇ ਸਾਂ ਕਿ ਉਹ ਘਰ ਜਾ ਕੇ ਆਪਣੇ ਫਾਰਮ ਦੀ ਦੇਖਭਾਲ ਕਿਸ ਤਰ੍ਹਾਂ ਕਰ ਸਕਣ। ਅੱਛਾ ਡਾਕਟਰ ਸਾਹਿਬ, ਮੈਂ ਇਹ ਵੀ ਜਾਣਨਾ ਚਾਹਾਂਗਾ ਕਿ ਪਹਿਲੇ ਇੱਕ ਰਵਾਇਤੀ ਯਾਨੀ ਪੋਲਟਰੀ ਫਾਰਮਿੰਗ ਹੁੰਦੀ ਸੀ ਅਤੇ ਹੁਣ ਅਸੀਂ ਕੰਟਰੋਲ ਸ਼ੈੱਡ ਸੁਣਨੇ ਪਏ ਆ। ਇਹ ਕੰਟਰੋਲ ਸ਼ੈੱਡ ਕੀ ਨੇ ਔਰ ਇਹਦੀ ਅਫਾਦੀਅਤ ਕੀ ਹੈ? ਕਿਆ ਇਹਦੇ ਨਾਲ ਕੋਈ ਥੋੜ੍ਹੇ ਅਰਸੇ ਦੇ ਵਿੱਚ, ਘੱਟ ਅਰਸੇ ਦੇ ਵਿੱਚ ਮੁਰਗੀਆਂ ਜਿਹੜੀਆਂ ਉਹ ਆਪਣਾ 1.5 kg ਜਾਂ ਇਸ ਤੋਂ ਜ਼ਿਆਦਾ ਵਜ਼ਨ ਜਿਹੜਾ ਉਹ ਕਰ ਲੈਂਦੀਆਂ ਨੇ? ਸਭ ਤੋਂ ਪਹਿਲੇ ਤਾਂ ਲੋਕਾਂ ਨੇ 500 ਚੂਜ਼ਾ, 100 ਚੂਜ਼ਾ, 200 ਚੂਜ਼ੇ ਤੋਂ ਇਹ ਕਾਰੋਬਾਰ ਸ਼ੁਰੂ ਕੀਤਾ ਜੀ। ਉਸ ਦੇ ਬਾਅਦ ਆਹਿਸਤਾ ਆਹਿਸਤਾ ਇਹ ਹਜ਼ਾਰਾਂ ਦੀ ਤਾਦਾਦ 'ਚ ਗਿਆ। ਫਿਰ ਦੇਖਿਆ ਇਹ ਗਿਆ ਅੱਜ ਤੋਂ 10-15 ਸਾਲ ਪਹਿਲੇ ਜੀ ਕਿ ਇਹ ਛੋਟੇ ਸ਼ੈੱਡ ਜਿਹੜੇ ਮੁਨਾਫਾ ਬਖਸ਼ ਨਹੀਂ ਰਹਿ ਰਹੇ। ਇਹਦੇ ਵਾਸਤੇ ਫਿਰ ਇੱਕ ਨਈ ਟੈਕਨੋਲੋਜੀ ਆਈ ਜੀ ਜਿਸ ਨੂੰ ਅਸੀਂ ਕਹਿੰਦੇ ਹਾਂ ਕੰਟਰੋਲ ਸ਼ੈੱਡ। ਕੰਟਰੋਲ ਸ਼ੈੱਡ ਦਾ ਮੇਨ ਜਿਹੜਾ ਹੈ ਸੀ ਮਕਸਦ ਜੀ ਉਹ ਇਹ ਹੈ ਕਿ ਜਿਸ ਤਰ੍ਹਾਂ ਇੱਕ ਗਾਰ ਹੁੰਦੀ ਹੈ ਕਿ ਲੰਬੀ ਗਾਰ ਹੁੰਦੀ ਹੈ ਉਹਦੇ ਵਿੱਚ ਜਾਨਵਰ ਜਿਹੜੇ ਹਨ ਜੰਗਲੀ ਉਹ ਰਹਿੰਦੇ ਨੇ। ਇਸ ਦੇ ਅਸੀਂ ਕੰਟਰੋਲ ਸ਼ੈੱਡ ਬਣਾਏ ਜੀ। ਉਹਦੇ ਅਸੀਂ ਫਾਰਮਰਜ਼ ਨੂੰ ਇੱਥੇ ਟ੍ਰੇਨਿੰਗ ਕਰਾਈ ਜੀ ਔਰ ਜਿਹੜੇ ਫਾਰਮਰ ਸਾਡੇ ਕੋਲ ਟ੍ਰੇਨਿੰਗ ਕਰਦੇ ਸਨ ਅਸਾਂ ਉਹਨਾਂ ਨੂੰ ਫਿਰ 1 ਮਾਹ ਵਾਸਤੇ ਕੰਟਰੋਲ ਸ਼ੈੱਡਾਂ ਦੇ ਉੱਪਰ ਕੰਮ ਕਰਾਇਆ ਜੀ। ਕੰਟਰੋਲ ਸ਼ੈੱਡ ਦਾ ਇਹ ਹੈ ਜੀ ਮਿਨੀਮਮ 30,000 ਚੂਜ਼ਾ ਜਿਹੜਾ ਨਾ ਜੀ ਇੱਕ ਸ਼ੈੱਡ 'ਚ ਪੈਂਦਾ ਔਰ ਮੈਕਸੀਮਮ ਜਿਹੜਾ ਲੱਖ ਦੀ ਤਾਦਾਦ ਵਿੱਚ ਉਹਦੇ ਚੂਜ਼ਾ ਪੈਂਦਾ। ਉਹਦਾ ਇਹ ਹੈ ਕਿ ਚੂਜ਼ਾ ਆਮ ਜਿਹੜੇ ਸਾਡੇ ਓਪਨ ਸ਼ੈੱਡ ਸਨ, ਜਿਹੜੀ ਪਹਿਲੀ ਫਾਰਮਿੰਗ ਸੀ ਉਹਦੇ ਵਿੱਚ ਚੂਜ਼ਾ 42 ਤੋਂ 45 ਦਿਨ ਲੈਂਦਾ ਸੀ ਜੀ। ਇਹਦੇ 'ਚੋਂ ਮੈਕਸੀਮਮ 35 ਤੋਂ 38 ਦਿਨ ਚੂਜ਼ਾ ਤਿਆਰ ਹੋ ਜਾਂਦਾ ਔਰ ਇਸ ਵਜ੍ਹਾ ਨਾਲ ਸਾਨੂੰ ਗੋਸ਼ਤ ਜਲਦੀ
और मुनासिब मिकदार च हासिल हो जाता है जी। अजकल जो ट्रेंड चल रहा है जी वो सिर्फ कंट्रोल शैड ही चल रहे हैं। इस तरह लेयर मुर्गी दे भी कंट्रोल शैड आ चुके हैं जी। ਉਹਦੇ ਵਾਸਤੇ ਕੰਟਰੋਲ ਸ਼ੈਡ 'ਚ ਮੁਰਗੀ ਪਾਲੀ ਜਾਂਦੀ ਹੈ ਜੀ ਔਰ ਉਹ ਫਾਰਮਰ ਦਾ ਖਰਚਾ ਓਪਨ ਸ਼ੈਡ ਦੀ ਨਿਸਬਤ 200-300 ਰੁਪਇਆ ਪੇਟੀ ਤੋਂ ਘੱਟ ਖਰਚਾ ਉਸਦਾ ਹੁੰਦਾ ਜੀ ਔਰ ਫਾਰਮਰ ਜਿਹੜਾ ਉਹ ਪ੍ਰੋਫਿਟ ਚਾਹੁੰਦੇ ਸੀ। ਅੱਛਾ ਡਾਕਟਰ ਸਾਹਿਬ, ਇਹ ਫਰਮਾਓ ਕਿ ਜਿਸ ਤਰ੍ਹਾਂ ਇਨਸਾਨ ਬਿਮਾਰ ਹੋ ਜਾਂਦੇ ਨੇ, ਇਸ ਵੇਲੇ ਸਾਡੇ ਜਾਨਵਰ ਨੇ, ਪਰਿੰਦੇ ਨੇ, ਇਹ ਵੀ ਬਿਮਾਰ ਹੋ ਜਾਂਦੇ ਨੇ, ਅਤੇ ਫਿਰ ਬਿਮਾਰੀ ਦੀ ਸੂਰਤ ਦੇ ਵਿੱਚ ਕਿਸ ਤਰ੍ਹਾਂ ਇਹਦਾ ਇਲਾਜ ਕਰਦੇ ਹੋ? ਅਤੇ ਨਾਲ ਇਹ ਵੀ ਪੁੱਛਣਾ ਚਾਹਾਂਗਾ, ਕਿਆ ਇਹਨਾਂ ਨੂੰ ਹਿਫਾਜ਼ਤੀ ਟੀਕੇ ਵੀ ਲਗਾਉਣੇ ਜ਼ਰੂਰੀ ਨੇ? ਕ੍ਰਿਸ਼ ਸਾਹਿਬ, ਜਿਸ ਤਰ੍ਹਾਂ ਇਨਸਾਨਾਂ ਨੂੰ ਹਿਫਾਜ਼ਤੀ ਟੀਕੇ ਲਗਾਏ ਜਾਂਦੇ ਨੇ, ਇਸੇ ਤਰ੍ਹਾਂ ਹੀ ਮੁਰਗੀਆਂ ਨੂੰ, ਬਰਾਇਲਰ ਨੂੰ ਔਰ ਅੰਡੇ ਦੇਣ ਵਾਲੀ ਮੁਰਗੀਆਂ ਦਾ ਬਾਕਾਇਦਾ ਇੱਕ ਵੈਕਸੀਨੇਸ਼ਨ ਦਾ ਸ਼ਡਿਊਲ ਹੈ। ਉਹਨੂੰ ਹਿਫਾਜ਼ਤੀ ਟੀਕੇ ਜਿਹੜੇ ਫਾਰਮਰ ਸਾਡੇ ਕੋਲ ਆਉਂਦੇ ਨੇ, ਅਸੀਂ ਉਹਨਾਂ ਨੂੰ ਸ਼ਡਿਊਲ ਦਿੰਦੇ ਹਾਂ। ਕਿਉਂਕਿ ਇਹ ਪੂਰੇ ਪੰਜਾਬ 'ਚ ਫੈਲਿਆ ਜੀ। ਇਸੇ ਤਰ੍ਹਾਂ ਹੀ ਪੂਰੇ ਪੰਜਾਬ ਹਰ ਜ਼ਿਲ੍ਹੇ ਵਿੱਚ ਸਾਡੀ ਇੱਕ ਲੈਬਾਰਟਰੀ ਹੈ ਜੀ, ਜਿਹਦੇ ਵਿੱਚ ਫਾਰਮਰ ਹਜ਼ਰਾਤ ਆਪਣੇ ਮਰੇ ਚੂਜ਼ੇ ਸੂ ਲੈ ਆਉਂਦੇ ਨੇ ਜੀ। ਉੱਥੇ ਜਿਹੜਾ ਮੁਤਲਕਾ ਡਾਕਟਰ ਹੈ ਜੀ ਉਹ ਉਹਨਾਂ ਦਾ ਪੋਸਟਮਾਰਟਮ ਕਰਕੇ ਮੁਆਇਨਾ ਕਰਕੇ ਦੱਸਦਾ ਕਿ ਇਹਨੂੰ ਇਹ ਬਿਮਾਰੀ ਹੈ ਔਰ ਇਸ ਨੂੰ ਇਹ ਦਵਾਈ ਦਿੱਤੀ ਜਾਏ। ਅਲਹਮਦੁਲਿਲਾ ਫਾਰਮਰ ਦਾ ਸਾਡੇ 'ਤੇ ਬਹੁਤ ਇਤਮਾਦ ਹੈ ਜੀ। ਇੱਥੇ ਰਾਵਲਪਿੰਡੀ ਦੇ ਅੰਦਰ ਸਾਡੇ ਕੋਲ ਰੋਜ਼ਾਨਾ 25 ਤੋਂ 30 ਕੇਸ ਜਿਹੜੇ ਨੇ ਜੀ ਉਹ ਆਉਂਦੇ ਨੇ। ਬਾਕਾਇਦਾ ਉਹਨਾਂ ਦਾ ਪੋਸਟਮਾਰਟਮ, ਉਹਨਾਂ ਦੇ ਟੈਸਟ ਬਾਕੀ ਵੀ ਕੀਤੇ ਜਾਂਦੇ ਨੇ, ਕਰਕੇ ਫਾਰਮਰਸ ਨੂੰ ਦਵਾਈ ਦਿੱਤੀ ਜਾਂਦੀ ਹੈ। ਔਰ ਇਹੀ ਵਜ੍ਹਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਅਲਹਮਦੁਲਿਲਾ ਅੱਜ ਤੱਕ ਕੋਈ ਐਸੀ ਖਾਸ ਬਿਮਾਰੀ ਨਹੀਂ ਜਿਹਦਾ ਕੰਟਰੋਲ ਨਾ ਹੋਇਆ ਹੋਵੇ। ਡਾਕਟਰ ਸਾਹਿਬ, ਕੁਛ ਲੋਕਾਂ ਦਾ ਖਿਆਲ ਹੈ ਕਿ ਜਿਹੜੀ ਮੁਰਗੀਆਂ ਦੀ ਖੁਰਾਕ ਹੈ ਇਹ ਮਿਆਰੀ ਨਹੀਂ ਹੈ, ਬਾਜ਼ ਔਕਾਤ ਇਹਦੇ 'ਚ ਹਰਾਮ ਚੀਜ਼ਾਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ, ਅਤੇ ਜ਼ਰਾ ਇਹ ਦੱਸੋ ਕਿ ਕਿਆ ਇਹਦੀ ਖੁਰਾਕ ਠੀਕ ਹੈਗੀ? ਜਿਹੜੀ ਫੀਡ ਬਣ ਰਹੀ ਹੈ ਇਹ ਐਗਰੀਕਲਚਰ ਪ੍ਰੋਡਕਟ, ਉਹ ਪ੍ਰੋਡਕਟ ਜਿਹੜਾ ਕਿ ਇਨਸਾਨ ਦੇ ਖਾਣੇ ਵਾਸਤੇ ਇਸਤੇਮਾਲ ਨਹੀਂ ਹੁੰਦਾ, ਉਹ ਉਸ ਤੋਂ ਬਣ ਰਹੀ ਹੈ ਜੀ। ਬਾਕੀ ਇਹਦੇ 'ਚ ਕੋਈ ਹਰਾਮ ਚੀਜ਼ ਨਹੀਂ ਪਾਈ ਜਾਂਦੀ। ਫਿਸ਼ ਮੀਲ, ਫਿਸ਼ ਜਿਹੜੀ ਹੈ ਉਹ ਹਲਾਲ ਹੈ, ਉਹ ਇਸਤੇਮਾਲ ਕੀਤੀ ਜਾਂਦੀ ਹੈ ਜੀ। ਹੁਣ ਪ੍ਰੋਟੀਨ ਦੇ ਮੁਖਤਲਿਫ ਸੋਰਸ ਆ ਚੁੱਕੇ ਹਨ, ਜਿਹਦੇ 'ਚ ਇੱਕ ਸੋਇਆਬੀਨ ਵੀ ਹੈ, ਕੋਈ ਹਰਾਮ ਚੀਜ਼ ਇਸ 'ਚ ਨਹੀਂ ਪਾਈ ਜਾਂਦੀ। ਡਾਕਟਰ ਸਾਹਿਬ, ਇੱਕ ਬੜਾ ਅਹਿਮ ਸਵਾਲ ਪੁੱਛਣਾ ਚਾਹਾਂਗਾ, ਜਿਹੜਾ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਲੋਕ ਕਹਿੰਦੇ ਨੇ ਕਿ ਜੀ ਇਹ ਬਰਾਇਲਰ ਮੁਰਗੀ ਤਾਂ ਆਪਣੇ ਪੈਰਾਂ 'ਤੇ ਨਹੀਂ ਖਲੋ ਸਕਦੀ, ਅਤੇ ਇਹਨੇ ਸਾਨੂੰ ਫਾਇਦਾ ਕੀ ਦੇਣਾ? ਕ੍ਰਿਸ਼ ਸਾਹਿਬ, ਇਹ ਇਸ ਤਰ੍ਹਾਂ ਹੈਗਾ ਜੀ ਕਿ ਸਾਡੀ ਆਪਣੀ ਇੱਕ ਨਫਸੀਆਤ ਹੈ। ਜਿਸ ਤਰ੍ਹਾਂ ਘਰੇਲੂ ਖਵਾਤੀਨ ਸਾਡੀਆਂ ਸੁਬਹ ਅੰਡੇ ਨੂੰ ਅਗਰ ਤੁਸੀਂ ਉਹਨਾਂ ਨੂੰ ਕਹੋ ਫਰਾਈ ਕਰੋ, ਅਤੇ ਅਗਰ ਉਹਦੀ ਯੋਕ ਪੀਲੀ ਨਾ ਹੋਵੇ ਤਾਂ ਇਹ ਸਮਝਿਆ ਜਾਂਦਾ ਹੈ ਕਿ ਇਹ ਅੰਡਾ ਠੀਕ ਨਹੀਂ ਹੈ। ਹਾਲਾਂਕਿ ਇਹ ਕੋਈ ਐਸਾ ਕਨਸੈਪਟ, ਨਜ਼ਰੀਆ ਇਹ ਗਲਤ ਹੈ ਜੀ। ਬਰਾਇਲਰ ਇਸ ਵਾਸਤੇ ਨਹੀਂ ਪੈਰਾਂ 'ਤੇ ਜ਼ਿਆਦਾ ਖੜ੍ਹੇ ਹੋਣ ਦਿੰਦੇ ਅਸੀਂ ਕਿ ਜਿਸ ਵੇਲੇ ਪਰਿੰਦੇ ਦੌੜਦੇ ਨੇ, ਅੱਗੇ ਪਿੱਛੇ ਜਾਂਦੇ ਨੇ, ਤਾਂ ਉਹਨਾਂ ਦੀ ਐਨਰਜੀ, ਤਾਕਤ ਜ਼ਾਇਆ ਹੋ ਜਾਂਦੀ ਹੈ। ਇਹ ਉੱਥੇ ਹੀ ਖਾਂਦੇ ਨੇ, ਖੜੇ ਖੜੇ ਖਾ ਲਿਆ, ਉੱਥੇ ਹੀ ਪਾਣੀ ਪੀ ਲਿਆ, ਉੱਥੇ ਹੀ ਬੈਠ ਲਿਆ। ਇਸ ਦੀ ਵਜ੍ਹਾ ਹੈ ਇਹ ਜੈਨੇਟਿਕਲੀ, ਯਾਨੀ ਇਹਦੀ ਵਿਰਾਸਤ ਵਿੱਚ ਹੈ ਕਿ ਜਲਦੀ ਜਵਾਨ ਹੋ। ਇਹ ਜਿਹੜਾ ਕਨਸੈਪਟ ਹੈ ਜੀ, ਨਜ਼ਰੀਆ ਜਿਹੜਾ ਲੋਕ ਕਹਿ ਰਹੇ ਨੇ, ਇਹ ਗਲਤ ਹੈ ਜੀ। ਡਾਕਟਰ ਸਾਹਿਬ, ਮੈਂ ਜਿਹੜੇ ਸਾਡੇ ਨਾਜ਼ਰੀਨ ਇਸ ਵੇਲੇ ਪ੍ਰੋਗਰਾਮ ਵੇਖਦੇ ਪਏ ਨੇ, ਉਹਨਾਂ ਦੀ ਦਿਲਚਸਪੀ ਵਾਸਤੇ ਪੁੱਛਣਾ ਚਾਹਾਂਗਾ ਕਿ ਕੁਛ ਲੋਕਾਂ ਦਾ ਖਿਆਲ ਹੈ ਕਿ ਵਲੈਤੀ ਅੰਡਾ ਇੰਨਾ ਤਾਕਤਵਰ ਨਹੀਂ ਹੈ ਜਿੰਨਾ ਦੇਸੀ। ਤੁਸੀਂ ਕੀ ਇਰਸ਼ਾਦ ਫਰਮਾਓਗੇ? ਇਹ ਸਿਰਫ ਇੱਕ ਨਫਸੀਆਤ ਹੈ। ਬਲਕਿ ਅਗਰ ਤੁਸੀਂ ਮੇਰੇ ਕੋਲ ਪੁੱਛੋ ਤਾਂ ਮੈਂ ਤਾਂ ਇਹ ਕਹਿਣਾ ਕਿ ਜਿਹੜਾ ਵਲੈਤੀ ਅੰਡਾ ਉਹਦੀ ਤਾਕਤ ਜ਼ਿਆਦਾ ਹੈ, ਕਿਉਂਕਿ ਜਿਹੜੀ ਉਸ ਮੁਰਗੀ ਨੂੰ ਖੁਰਾਕ ਖਿਲਾਈ ਜਾਂਦੀ ਹੈ ਉਹਦੇ ਸਾਰੀ ਉਹਦੀ ਨਿਊਟ੍ਰੀਸ਼ਨਲ ਵੈਲਿਊ ਪੂਰੀਆਂ ਕੀਤੀਆਂ ਜਾਂਦੀਆਂ ਕਿ ਉਹਦੇ 'ਚ ਐਨਰਜੀ ਇਤਨੀ ਚਾਹੀਦੀ ਹੈ, ਵਾਈਟਾਮਿਨਸ ਇਤਨੇ ਚਾਹੀਦੇ ਹਨ, ਪ੍ਰੋਟੀਨ ਇਤਨੀ ਚਾਹੀਦੀ ਹੈ, ਔਰ ਉਹ ਕਾਫੀ ਸਾਰੀਆਂ ਬਿਮਾਰੀਆਂ ਤੋਂ ਪਾਕ ਹੁੰਦਾ ਹੈ। ਜਦ ਕਿ ਤੁਸੀਂ ਖੁਦ ਦੇਖੋ ਜਿਹੜੀ ਦੇਸੀ ਮੁਰਗੀ ਹੈ ਉਹ ਜਨਾਬ ਦੇ ਸਾਹਮਣੇ ਕਿਹੜੀ ਕਿਹੜੀ ਜਗ੍ਹਾ ਜਾ ਕੇ ਆਪਣੀ ਖੁਰਾਕ ਹਾਸਲ ਨਹੀਂ ਕਰਦੀ। ਇਹ ਇੱਕ ਸਿਰਫ ਨਫਸੀਆਤ ਹੈ ਜੀ। ਆਖਰ ਦੇ ਵਿੱਚ ਇਹ ਪੁੱਛਣਾ ਚਾਹਾਂਗਾ, ਜਿਹੜੇ ਨਾਜ਼ਰੀਨ ਸਾਡਾ ਪ੍ਰੋਗਰਾਮ ਵੇਖ ਰਹੇ ਨੇ, ਖਾਸ ਤੌਰ 'ਤੇ ਉਹ ਜ਼ਿਮੀਂਦਾਰ ਨੇ, ਕਾਸ਼ਤਕਾਰ ਨੇ ਜਾਂ ਸਨਅਤਕਾਰ ਨੇ, ਤੁਸੀਂ ਉਹਨਾਂ ਨੂੰ ਕੋਈ ਪੈਗਾਮ ਦੇਣਾ ਪਸੰਦ ਕਰੋਗੇ? ਸਾਰੇ ਦੋਸਤਾਂ ਨੂੰ ਚਾਹੀਦੇ ਜੀ ਕਿ ਉਹ ਪੋਲਟਰੀ ਫਾਰਮਿੰਗ ਵਾਲੇ ਪਾਸੇ ਮੁਤਵੱਜਹ ਹੋਣ ਸਾਰੇ ਜੀ। ਜਬ ਤੱਕ ਸਾਡੀ ਜਿਸ ਤਰ੍ਹਾਂ ਆਬਾਦੀ ਦਾ ਫੈਲਾਓ ਹੈ, ਅਗਰ ਇਸ ਤਰ੍ਹਾਂ ਅਸੀਂ ਪੋਲਟਰੀ ਫਾਰਮਿੰਗ ਨੂੰ ਜ਼ਿਆਦਾ ਨਹੀਂ ਕਰਾਂਗੇ ਤਾਂ ਕੱਲ੍ਹ ਅਸੀਂ ਪ੍ਰੋਟੀਨ ਵਾਸਤੇ ਬਹੁਤ ਸਾਰੀ ਸ਼ਾਰਟੇਜ ਸਾਡੇ ਕੋਲ ਹੋ ਜਾਏਗੀ ਜੀ। ਡਾਕਟਰ ਕਮਾਲ ਨਾਸਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਨਾਜ਼ਰੀਨ, ਹੁਣ ਅਸੀਂ ਤੁਹਾਨੂੰ ਡਿਜ਼ੀਜ਼ ਡਾਇਗਨੋਸਿਸ ਯਾਨੀ ਬਿਮਾਰੀਆਂ ਦੀ ਤਸ਼ਖੀਸ ਦੀ ਲੈਬੋਰਟਰੀ ਵੱਲ ਲੈ ਕੇ ਚੱਲਦੇ ਹਾਂ। ਆਓ ਮੇਰੇ ਨਾਲ।
ਡਾਕਟਰ ਫਰਹਾਨ ਸਾਹਿਬ ਇਹ ਫਰਮਾਓ ਕਿ ਇਹ ਅਸੀਂ ਜਿਸ ਲੈਬੋਰਟਰੀ ਦੇ ਵਿੱਚ ਮੌਜੂਦ ਹਾਂ ਇੱਥੇ ਤੁਸੀਂ ਕਿਸ ਤਰ੍ਹਾਂ ਡਿਜ਼ੀਜ਼ ਡਾਇਗਨੋਸ ਕਰਦੇ ਹੋ ਪਰਿੰਦਿਆਂ ਦੀ? ਜਿਤਨੇ ਵੀ ਪੋਲਟਰੀ ਦੇ ਵਿੱਚ ਸਾਡੇ ਕੋਲ ਪਾਕਿਸਤਾਨ 'ਚ ਟੈਸਟ ਅਵੇਲੇਬਲ ਨੇ, ਸਾਰੇ ਟੈਸਟ ਸਾਡੇ ਕੋਲ ਇੱਥੇ ਹੁੰਦੇ ਨੇ। ਤੇ ਅਸੀਂ ਪਹਿਲੇ ਤੇ ਜਿਹੜਾ ਮਸਲਨ ਕੋਈ ਸਾਡੇ ਕੋਲ ਫਾਰਮਰ ਆਂਦਾ ਹੈ, ਅਸੀਂ ਉਸ ਨੂੰ ਉਹਦਾ ਪੋਸਟਮਾਰਟਮ ਕਰਨੇ ਤੇ ਉਸ ਨਾਲ ਪਹਿਲੇ ਤੇ ਲੈਬੋਰਟਰੀ ਦੀ ਤਸ਼ਖੀਸ ਦੀ ਕੋਸ਼ਿਸ਼ ਕਰਦੇ ਬਿਮਾਰੀ ਦੀ। ਉਸ ਤੋਂ ਬਾਅਦ ਅਗਰ ਉਸ ਦਾ ਕੋਈ ਟੈਸਟ ਕਰਵਾਉਣਾ ਹੋਏ ਤਾਂ ਸਾਡੇ ਕੋਲ ਮੁxtਲਿਫ ਲੈਬੋਰਟਰੀਆਂ ਨੇ। ਹਰ ਟੈਸਟ ਵਾਸਤੇ ਸਾਡੇ ਕੋਲ ਅਲੱਗਾ ਤੋਂ ਇੱਕ ਸਪੈਸ਼ਲ ਲੈਬੋਰਟਰੀ ਹੈ। ਜਿਸ ਤਰ੍ਹਾਂ ਤੁਸੀਂ ਇਸ ਲੈਬੋਰਟਰੀ 'ਚ ਖੜੇ ਹੋ, ਇਹ ਬੈਕਟੀਰੀਓਲੋਜੀ ਦੀ ਲੈਬੋਰਟਰੀ ਹੈ। ਇਸ ਦੇ ਵਿੱਚ ਅਸੀਂ ਇੱਕ ਤੇ ਦੇਖਦੇ ਕਿ ਕਿਹੜਾ ਐਸਾ ਬੈਕਟੀਰੀਆ ਹੈ ਜਿਹੜਾ ਉਸ ਪਰਿੰਦੇ ਨੂੰ ਬਿਮਾਰੀ ਕਰ ਰਿਹਾ। ਦੂਸਰਾ, ਉਸ ਨੂੰ ਅਸੀਂ ਉਸ ਬੈਕਟੀਰੀਆ ਨੂੰ ਅਸੀਂ ਅਲੱਗਾ ਕਰਨੇ ਤੇ ਉਸ ਦੇ ਉੱਤੇ ਦਵਾਈਆਂ ਲਗਾ ਕੇ ਦੇਖਣੇ ਕਿ ਉਸ ਦੇ ਉੱਤੇ ਕਿਹੜੀ ਦਵਾਈ ਜਿਹੜੀ ਹੈ ਉਹ ਬਿਹਤਰ ਕੰਮ ਕਰੇਗੀ। ਇਸੇ ਤਰ੍ਹਾਂ ਹੋਰ ਸਾਡੀਆਂ ਲੈਬੋਰਟਰੀਆਂ ਹੈਗੀਆਂ, ਲੇਕਿਨ ਇਸ ਲੈਬੋਰਟਰੀ ਦੇ ਵਿੱਚ ਅਸੀਂ ਬੈਕਟੀਰੀਆ ਦੇ ਉੱਤੇ ਦਵਾਈ ਦੀ ਤਸ਼ਖੀਸ ਕਰਦੇ ਹਾਂ ਕਿਹੜੀ ਦਵਾਈ ਉਸ 'ਤੇ ਬਿਹਤਰ ਕੰਮ ਕਰੇਗੀ। ਇਹ ਸਾਡੇ ਕੋਲ ਇਸ ਟਾਈਮ ਕਲਚਰ ਸੈਂਸਿਟੀਵਿਟੀ ਹੋ ਰਹੀ ਹੈ ਤੇ ਅਸੀਂ ਮੁxtਲਿਫ ਜਿਹੜੀਆਂ ਉਸ 'ਤੇ ਤੁਸੀਂ ਕਹਿ ਲਓ ਕਿ ਦਵਾਈਆਂ ਲਗਾਈਆਂ ਹੋਈਆਂ। ਫਿਰ ਅਸੀਂ ਵੇਖਦੇ ਕਿ ਜਿਹੜੀ ਦਵਾਈ ਬਿਹਤਰ ਕੰਮ ਕਰਦੀ ਪਈ ਹੈ ਉਹ ਅਸੀਂ ਫਾਰਮਰ ਨੂੰ ਜਿਹੜੀ ਹੈ ਉਹ ਲਿਖ ਦਿੰਦੇ। ਇਸ ਤਰੀਕੇ ਦੇ ਨਾਲ ਉਸ ਦਾ ਜਿਹੜਾ ਖਰਚਾ ਹੁੰਦਾ ਹੈ, ਜਿਹੜਾ ਉਹਨੇ ਮੁxtਲਿਫ ਤੁਸੀਂ ਕਹਿ ਲਓ ਬਿਮਾਰੀਆਂ 'ਤੇ ਲਗਾਉਣਾ ਹੈ, ਮੁxtਲਿਫ ਦਵਾਈਆਂ 'ਤੇ ਖਰਚਾ ਕਰਨਾ ਹੈ, ਉਸ ਦਾ ਖਰਚਾ ਬਚ ਜਾਂਦਾ ਹੈ ਤੇ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਸਿਰਫ ਉਹ ਉਹਨੂੰ ਲੱਭਦੀ ਹੈ। ਜੀ ਅਸਲਾਮ ਵਾਲੇਕਮ ਜੀ। वालेकुम अस्सलाम ਕੀ ਨਾਮ ਹੈ ਤੁਹਾਡਾ? जी नाम मेरा डॉक्टर शाजिया है और ਤੇ ਤੁਸੀਂ ਇੱਥੇ ਕੀ ਕੰਮ ਕਰ ਰਹੇ ਹੋ? ਇਹ ਮੇਰਾ ਕੈਮਰਾ ਦਿਖਾ ਰਿਹਾ ਹੈ ਕਿ ਇਹ ਪੈਟਰੀ ਡਿਸ਼ਿਜ਼ ਨੇ, ਮੁxtਲਿਫ ਟਿਊਬਸ ਨੇ। ਇਹ ਕੀ ਇੱਥੋਂ ਕਿਸ ਤਰ੍ਹਾਂ ਤੁਸੀਂ ਡਾਇਗਨੋਸ ਕਰਦੇ ਹੋ? इसमें से हम बैक्टीरिया निकाल कर तो उसके ऊपर फिर हम मुख्तलिफ़ दवाइयाँ चेक करते हैं कि वो कितना असर, कौन सी दवाई का कितना असर है, और फिर हम वो फार्मर को बताते हैं कि अगर आप ये दवाई इस्तेमाल करें तो इसका जो है वो ये असर आएगा। यानी ਤੁਹਾਡਾ ਕਹਿਣ ਦਾ मतलब है कि एक कल्चर टेस्ट है? जी, ये कल्चर टेस्ट है और इसमें हम पहले बैक्टीरिया जो है वो उसमें से जानवर में से अलहदा करते हैं और फिर हम उसको मुख्तलिफ़ दवाइयाँ उसके ऊपर लगा कर देखते हैं कि कौन सी दवाई मौसर है और कौन सी दवाई जो है वो काम नहीं करेगी। ਅੱਛਾ ਡਾਕਟਰ ਸਾਹਿਬ, ਹੁਣ ਅਸੀਂ ਇਹ ਕਿਸ ਲੈਬੋਰਟਰੀ 'ਚ ਆਏ ਹਾਂ? ਅੱਛਾ ਸਰ, ਇਹ ਬੇਸਿਕਲੀ ਵਾਇਰੋਲੋਜੀ ਦੀ ਲੈਬੋਰਟਰੀ ਹੈ। ਇਸ ਦੇ ਵਿੱਚ ਮੁਰਗੀਆਂ ਦੇ ਜਿਤਨੇ ਵੀ ਵਾਇਰਸ ਦੇ ਮੁਤਲਕ ਟੈਸਟ ਹੁੰਦੇ ਨੇ ਉਹ ਸਾਰੇ ਟੈਸਟ ਇਸ ਲੈਬੋਰਟਰੀ ਦੇ ਵਿੱਚ ਹੁੰਦੇ ਨੇ। ਤੇ ਸਾਡੇ ਕੋਲ ਇੱਥੇ ਵਾਇਰਸ ਦੀ ਤਸ਼ਖੀਸ ਤੇ ਵੈਕਸੀਨ ਦੀ ਤਸ਼ਖੀਸ ਦੇ ਮੁਤਲਕ ਸਾਰੇ ਜਿਹੜੇ ਟੈਸਟ ਨੇ ਉਹ ਜਿਹੜੇ ਹੈ ਉਹ ਅਸੀਂ ਕਰਨੇ। ਜੀ ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ ਸਰ। ਡਾਕਟਰ ਸਾਹਿਬ ਤੁਹਾਡਾ ਕੀ ਨਾਮ ਹੈ? ਸਾਦ ਨਸੀਰ। ਅੱਛਾ ਸਾਦ ਸਾਹਿਬ, ਤੁਸੀਂ ਇਸ ਲੈਬੋਰਟਰੀ 'ਚ ਕੰਮ ਕਰ ਰਹੇ ਹੋ ਤੇ ਜ਼ਿਆਦਾ ਕਿਸ ਬਿਮਾਰੀ ਦੀ ਜਿਹੜੀ ਹੈ ਤਸ਼ਖੀਸ ਦੇ ਵਾਸਤੇ ਇੱਥੇ ਕੰਮ ਹੋ ਰਿਹਾ? ਅਸੀਂ ਇੱਥੇ ਵਾਇਰਸ ਤੇ ਕੰਮ ਕਰਦੇ ਹਾਂ। ਨਿਊਕੈਸਲ ਡਿਜ਼ੀਜ਼ ਹੋ ਗਈ, ਏਵੀਅਨ ਇਨਫਲੂਐਂਜ਼ਾ ਹੋ ਗਿਆ, ਇਹ ਤੋਂ ਇਲਾਵਾ ਜਿਹੜੀ ਵੀ ਇੰਪੋਰਟੈਂਟ ਵਾਇਰਲ ਬਿਮਾਰੀਆਂ ਨੇ ਅਸੀਂ ਉੱਤੇ ਕੰਮ ਇਸ ਲੈਬ 'ਚ ਕਰੀਦਾ। ਤੇ ਡਾਕਟਰ ਸਾਹਿਬ ਤੁਸੀਂ ਸੈਟੀਸਫਾਈਡ ਹੋ? ਲੋਕ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਨੂੰ ਜਿਹੜਾ ਤੁਸੀਂ ਤਸ਼ਖੀਸ ਕਰਕੇ ਦਿੰਦੇ ਹੋ ਤੇ ਕਿੰਨੇ ਯਾਨੀ ਉਹਦੀ ਐਫੀਕੇਸੀ ਹੈ, ਕਿੰਨੇ % ਤੁਹਾਡਾ ਰਿਜ਼ਲਟ ਠੀਕ ਹੁੰਦਾ? ਮੈਂ ਦੱਸਣਾ ਚਾਹਾਂਗਾ ਸਭ ਤੋਂ ਪਹਿਲੇ ਕਿ ਅਸੀਂ ISO ਸਰਟੀਫਾਈਡ ਆ। ISO ਸਰਟੀਫਿਕੇਸ਼ਨ ਦਾ ਮਤਲਬ ਇਹ ਹੈ ਕਿ ਅਸੀਂ ਸਾਡਾ ਸਾਰਾ ਰਿਕਾਰਡ ਮੇਨਟੇਨਡ ਹੈ ਤੇ ਹਰ ਸਾਲ ਅਸੀਂ ਆਡਿਟ ਵੀ ਕਰਾਉਂਦੇ ਹਾਂ। ਉਹਦੇ ਵਿੱਚ ਇੱਕ ਪਰਫਾਰਮਾ ਲੱਗਦਾ ਹੈ ਕਸਟਮਰ ਸੈਟੀਸਫੈਕਸ਼ਨ ਪਰਫਾਰਮਾ। ਅਸੀਂ ਕੰਪਲਾਇੰਸ ਕਰਨੀ ਹੁੰਦੀ ਹੈ ਸਾਲ ਦੀ, ਉਹਨਾਂ ਦੇ ਮੁਤਾਬਕ ਵੀ ਅਸੀਂ ਇੰਨੇ ਪਰਫਾਰਮੇ ਜਾਂ ਇੰਨੇ ਕਸਟਮਰ ਨੂੰ ਸੈਟੀਸਫਾਈ ਕਰਨਾ ਹੈ ਜਾਂ ਉਹਨਾਂ ਦੇ ਨਾਂ ਦਾ ਪਰਫਾਰਮਾ ਜਨਰੇਟ ਕਰਨਾ ਹੈ। ਸਾਡਾ ਪਿਛਲੇ ਸਾਲ ਦਾ ਪਰਫਾਰਮਾ ਜਿਹੜਾ ਰਿਕਾਰਡ ਹੈ 200 ਪਰਫਾਰਮੇ ਜਾਂ 200 ਬੰਦਿਆਂ ਨੂੰ ਅਸੀਂ ਟਾਰਗੇਟ ਕੀਤਾ ਜਿਹਦੇ ਵਿੱਚੋਂ ਸਾਡੀ ਸੈਟੀਸਫੈਕਸ਼ਨ ਲੈਵਲ ਸੀ ਉਹ 99.9% ਸੀ। ਇਹਦੇ ਵਿੱਚ ਮੇਰਾ ਸੈਟੀਸਫੈਕਸ਼ਨ ਲੈਵਲ ਹੋਣਾ ਇੰਨਾ ਇੰਪੋਰਟੈਂਟ ਨਹੀਂ ਜਿੰਨਾ ਕਸਟਮਰ ਦਾ ਸੈਟੀਸਫਾਈ ਹੋਣਾ ਲਾਜ਼ਮੀ ਹੈ। ਨਾਜ਼ਰੀਨ, ਇਸ ਵੇਲੇ ਅਸੀਂ ਪੋਲਟਰੀ ਰਿਸਰਚ ਇੰਸਟੀਚਿਊਟ ਸ਼ਮਸਾਬਾਦ ਰਾਵਲਪਿੰਡੀ ਦੇ ਵਿੱਚ ਮੌਜੂਦ ਹਾਂ ਤੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੂਸਰੀ ਲੈਬੋਰਟਰੀਆਂ ਦਿਖਾਈਆਂ ਹੈ, ਇਹ ਇਹਨਾਂ ਦੀ ਫੀਡ ਦੀ ਲੈਬੋਰਟਰੀ ਹੈ, ਯਾਨੀ ਮੁਰਗੀਆਂ ਦੀ ਖੁਰਾਕ। ਇਹ ਜਿਹੜੀ ਖੁਰਾਕ ਹੈ ਇਹ ਇੱਕ ਬੜੀ ਜ਼ਰੂਰੀ ਔਰ ਬੁਨਿਆਦੀ ਚੀਜ਼ ਹੈ। ਅਗਰ ਖੁਰਾਕ ਦੇ ਵਿੱਚ ਕੋਈ ਅਫਲਾਟੌਕਸਿਨ ਆ ਜਾਵੇ, ਫੰਗਸ ਆ ਜਾਵੇ ਤੇ ਸਾਡੀ ਮੁਰਗੀਆਂ ਨਾ ਸਿਰਫ ਬਿਮਾਰ ਹੋ ਜਾਂਦੀਆਂ ਬਲਕਿ ਉਹਨਾਂ ਦੀ ਪ੍ਰੋਡਕਸ਼ਨ ਵੀ ਡਿੱਗ ਜਾਂਦੀ ਹੈ। ਤੇ ਇਹ ਲੈਬੋਰਟਰੀ ਦੇ ਵਿੱਚ ਡਾਕਟਰ ਰੋਜ਼ੀਨਾ ਸਾਹਿਬਾਂ ਨੂੰ ਅਸੀਂ ਪੁੱਛਦੇ ਹਾਂ। ਜੀ ਡਾਕਟਰ ਸਾਹਿਬਾ।
पंजाब गवर्नमेंट की लाइफ स्टॉक डिपार्टमेंट की एक बहुत ही नुमायाँ लेबॉर्ट्री है जहाँ पे हम पूरे पंजाब से आए हुए सैंपल्स को चेक करते हैं, जिनमें पोल्ट्री के लिए जो फीड यूज़ की जाती है उसकी टेस्टिंग की जाती है। हम उसमें देखते हैं कि ये जो खुराक दे रहे हैं मुर्गियों को वो मतवाज़न खुराक है या नहीं, उसमें सारे के सारे न्यूट्रिएंट्स पूरे हैं, कहीं पे उस पर फंगस लग गया है या उसमें कोई टॉक्सिन की ग्रोथ हो रही है या नहीं है। और उसके साथ साथ हम पानी जो कि डिफरेंट फार्म पे यूज़ करते हैं वो उसकी भी बहुत ज़्यादा अहमियत होती है। अगर पानी साफ़ नहीं है या उसमें कोई जरासीम है तो उसकी वजह से मुर्गियों की जो है नशोनुमा वो मुतासिर होती है। ਅੱਛਾ ਡਾਕਟਰ ਸਾਹਿਬ ਇਹ ਫਰਮਾਓ ਕਿ ਜਿਹੜੀ ਖਵਾਤੀਨ ਇਸ ਵੇਲੇ ਸਾਡਾ ਪ੍ਰੋਗਰਾਮ ਵੇਖ ਰਹੀ ਹੈ ਤੇ ਉਹ ਘਰੇਲੂ ਮੁਰਗਬਾਨੀ ਕਰਨੀ ਚਾਹੁੰਦੀ ਹੈ ਤੇ ਕਿਆ ਘਰ ਦੀ ਬਚੀਆਂ ਰੋਟੀਆਂ ਔਰ ਜਿਹੜੀ ਸਬਜ਼ੀ ਹੈ ਉਹਦੇ ਨਾਲ ਹੀ ਗੁਜ਼ਾਰਾ ਹੋ ਜਾਏਗਾ ਜਾਂ ਕਿ ਕੋਈ ਫੀਡ ਤੁਸੀਂ ਕੋਈ ਉਹਨਾਂ ਨੂੰ ਫਾਰਮੂਲੇਸ਼ਨ ਵੀ ਦਿੰਦੇ ਹੋ? नहीं, ये आपने बड़ी अच्छी बात की है कि जो छोटे लेवल पे घर में ख़वातीन मुर्गियों को पालना चाह रही हैं तो हमारे यहाँ पे एक हफ़्ते का कोर्स भी होता है। उस एक वीक में हम उन ख़वातीन को और उन लोगों को या उन बच्चों को जो कि छोटे लेवल पे काम करना चाह रहे हैं उन्हें बताते हैं कि घर में बचे हुए रोटी के टुकड़े, ब्रेड है या दाने हैं या आटा बचा हुआ है, उसको किस तरह से यूटिलाइज़ करके तो मुर्गियों की खुराक बनाई जा सकती है। लेकिन अगर आपने बड़े लेवल पे फार्म बनाने हैं तो फिर तो डेफिनेटली आपको खुराक जो है वो एक बैलेंस बनानी पड़ेगी। लेकिन छोटी अगर उन्होंने 20, 30, 40, 50 मुर्गियाँ पाली हुई हैं और उनके पास घर में बची हुई चीज़ें हैं तो उनसे बहुत अच्छी तरह से वो अपनी मुर्गियों को पाल सकते हैं। ਨਾਜ਼ਰੀਨ ਇਸ ਵੇਲੇ ਅਸੀਂ ਪੋਲਟਰੀ ਰਿਸਰਚ ਇੰਸਟੀਚਿਊਟ ਸ਼ਮਸ਼ਾਬਾਦ ਰਾਵਲਪਿੰਡੀ ਦੇ ਵਿੱਚ ਮੌਜੂਦ ਹਾਂ ਤੇ ਹੁਣ ਅਸੀਂ ਆਏ ਹਾਂ ਹੈਚਰੀ ਦੇ ਸੈਕਸ਼ਨ ਦੇ ਵਿੱਚ। ਜੀ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਡਾਕਟਰ ਸਾਹਿਬ ਤੁਹਾਡਾ ਕੀ ਨਾਮ ਹੈ? ਡਾਕਟਰ ਬੁਸ਼ਰਾ ਸਦੀਕ। ਜੀ ਡਾਕਟਰ ਬੁਸ਼ਰਾ ਸਾਹਿਬਾ ਇਹ ਦੱਸੋ ਕਿ ਇਹ ਮੈਂ ਬੋਰਡ ਦੇਖ ਰਿਹਾ पोल्ट्री हैचरी, ये हैचरी तो मुराद की है? सर हैचरी से मुराद ये है कि यहाँ पे एक दिन का चूज़ा हमारी इंक्यूबेटर में 21 दिन के बाद अंडों से निकलता है तो उसको हम हैचरी वो कहलाता है वो जगह। ठीक है, तो ये हैचरी जी एक मशीन है? हाँ जी, इसमें मशीनें हैं, इंक्यूबेटर भी होते हैं और हैचर भी होते हैं। ਇਹਦਾ ਕੋਈ खास टेम्परेचर है? हाँ जी, इंक्यूबेटर का टेम्परेचर होता है 37.5 सेंटीग्रेड और ये 18 दिन तक अंडे इसमें हम लगाते हैं और इसके बाद हम इसकी कैंडलिंग करते हैं जिसमें फर्टाइल अंडे और इनफर्टाइल अंडों को अलहदा किया जाता है। ये ਤੁਸੀਂ लफ्ज़ बोले कैंडिंग, एक ही चीज़ है? कैंडलिंग एक ऐसा टेस्ट है जिसमें हम 18 दिन के बाद ये देखते हैं कि आया अंडों में चूज़ा बना है या नहीं बना। तो जिसमें चूज़ा बन जाता है वो फर्टाइल अंडा कहलाता है, जिसमें नहीं बनता वो इनफर्टाइल अंडा कहलाता है। ਤੇ ਡਾਕਟਰ ਸਾਹਿਬ ਇੱਕ ਮੁਰਗੀ ਲੇਅਰ ਹੈ ਅੰਡੇ ਦੇਣ ਵਾਲੀ ਤੇ ਇੱਕ ਬਰਾਇਲਰ ਹੈ ਤੇ ਇਹ ਦੋਨਾਂ ਦਾ ਪ੍ਰੋਸੈਸ ਇੱਕੋ ਹੀ ਹੈ? जी जी, प्रोसेस तो एक ही है, यानी 21 दिन के बाद ही उनके ब्रीडर जो होता है, ब्रीडर और लेयर का प्रोसेस एक है, 21 दिन के बाद चूज़ा निकलता है। ਜੀ ਬਹੁਤ ਸ਼ੁਕਰੀਆ ਜੀ। ਨਾਜ਼ਰੀਨ ਤੁਸੀਂ ਅੱਜ ਦਾ ਪ੍ਰੋਗਰਾਮ ਮੁਲਾਜ਼ਾ ਕੀਤਾ, ਸਾਨੂੰ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਬੜੀ ਬੁਨਿਆਦੀ ਜੀ ਗੱਲ ਹੈ ਕਿ ਇਨਸਾਨ ਦੀ ਜਿਹੜੀ ਬੁਨਿਆਦੀ ਜ਼ਰੂਰਤ ਹੈ ਉਹ ਹੈਗੀ ਹੈ ਪ੍ਰੋਟੀਨ, ਜਿਹਦੇ ਨਾਲ ਸਾਡੀ ਬਾਡੀ ਜਿਹੜੀ ਹੈ ਇਹ ਫਲਰਿਸ਼ ਕਰਦੀ ਹੈ, ਅਸੀਂ ਕੰਮਕਾਰ ਕਰਨੇ ਆ। ਤੇ ਇਸ ਵੇਲੇ ਸਸਤੀ ਤਰੀਨ ਪ੍ਰੋਟੀਨ ਜਿਹੜੀ ਹੈ ਉਹ ਮੁਰਗੀ ਦਾ ਗੋਸ਼ਤ ਹੈ। ਤੁਸੀਂ ਅਗਰ ਸਰਮਾਇਆਕਾਰ ਹੋ, ਸਰਮਾਇਆਦਾਰ ਹੋ ਤੇ ਇਸ ਸ਼ੋਬੇ ਦੀ ਤਰਫ ਆਓ। ਇੱਥੇ ਤੁਹਾਨੂੰ ਦੋ ਫਾਇਦੇ ਮਿਲਣਗੇ, ਇੱਕ ਤਾਂ ਇਬਾਦਤ ਹੈ, ਲੋਕਾਂ ਨੂੰ ਖੁਰਾਕ ਮੁਹੱਈਆ ਕਰਨਾ, ਤੇ ਦੂਸਰਾ ਸਾਡਾ ਮੁਲਕ ਜਿਹੜਾ ਇਹ ਖੁਸ਼ਹਾਲ ਹੋਏਗਾ। ਜਿਸ ਲਈ ਲੋਕਾਂ ਨੂੰ ਪ੍ਰੋਟੀਨ ਮਿਲੇਗੀ ਤੇ ਸਾਡੀ ਕੌਮ ਜਿਹੜੀ ਹੈ ਇਹ ਇੱਕ ਮਜ਼ਬੂਤ ਕੌਮ ਬਣੇਗੀ। ਮੌਜੂਦਾ ਦੌਰ ਦੇ ਵਿੱਚ ਮਜ਼ਬੂਤ ਕੌਮਾਂ ਹੀ ਜਿਹੜੀਆਂ ਨੇ ਉਹ ਅੱਗੇ ਵੱਧਦੀਆਂ। ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ। ਇਜਾਜ਼ਤ ਦਿਓ, ਅੱਲਾ ਬੇਲੀ।